ਹੈਲੋ एवरीवन। ਸੋ ਅੱਜ ਆਪਾਂ ਗੱਲ ਕਰਾਂਗੇ ਸਰ ਅਪ੍ਰੈਲ ਦਾ ਇੱਕ ਲੇਟੈਸਟ ਕਰੰਟ ਅਫੇਅਰ ਟੌਪਿਕ। ਨੀਤੀ ਆਯੋਗ ਦੇ ਵਿੱਚ ਇੱਕ ਨਵੀਂ ਅਪਾਇੰਟਮੈਂਟ ਹੋਈ ਹੈ। ਦੇਖਦੇ ਹਾਂ ਕਾਦੀ ਅਪਾਇੰਟਮੈਂਟ ਹੋਈ ਹੈ ਸਰ। ਨੀਤੀ ਆਯੋਗ ਕਾਹਦੇ ਲਈ ਬਣਿਆ ਸੀਗਾ, ਨੀਤੀ ਆਯੋਗ ਦੇ ਵਿੱਚ ਕਿੰਨੇ ਮੈਂਬਰਸ ਹੁੰਦੇ ਨੇ, ਕਿੰਨੇ ਫੁੱਲ ਟਾਈਮ ਮੈਂਬਰਸ ਹੁੰਦੇ ਨੇ, ਕੈਬਨਿਟ ਰੈਂਕ ਕਿਹਨੂੰ ਮਿਲਿਆ ਹੋਇਆ ਹੈ ਸਰ, ਨੀਤੀ ਆਯੋਗ ਦੀ ਸਥਾਪਨਾ ਕਿਉਂ ਕੀਤੀ ਗਈ ਸੀਗੀ, ਠੀਕ ਹੈ, ਤੇ ਹੁਣ ਨੀਤੀ ਆਯੋਗ ਦਾ ਕੀ ਉਪਯੋਗ ਹੁੰਦਾ ਹੈ ਸਰ। ਉਸ ਤੋਂ ਬਾਅਦ ਕਿਆ ਇਹਦੇ ਕੋਈ ਡੀਫੈਕਟੋ ਮੈਂਬਰਸ ਹੈਗੇ ਨੇ ਸਰ, ਠੀਕ ਹੈ, ਜੋ ਕੋਈ ਕੈਬਨਿਟ ਰੈਂਕ ਦੇ ਮੰਤਰੀ ਜੋ ਮੈਂਬਰਸ ਕਾ ਹੁੰਦੇ ਨੇ ਸਰ, ਠੀਕ ਹੈ, ਉਹ ਦੇਖਦੇ हैं। ਉਸ ਤੋਂ ਬਾਅਦ ਉਹਦੇ ਐਮਸੀਕਿਊਜ਼ ਕਰਦੇ हैं। ਛੋਟਾ ਟੌਪਿਕ ਹੈ, ਫਟਾਫਟ ਕੁਇਕ ਨਿਗਾਹ ਮਾਰਦੇ हैं ਸਰ। ਉਸ ਤੋਂ ਬਾਅਦ ਹੋਇਆ ਕਿ ਸਰ ਗਵਰਨਮੈਂਟ ਆਫ ਇੰਡੀਆ ਹੈਜ਼ ਰੀਸੈਂਟਲੀ ਰੀਕਨਸਟੀਟਿਊਟ ਨੀਤੀ ਆਯੋਗ ਨੂੰ ਅਪ੍ਰੈਲ 2026 ਸਰ। ਭਾਰਤ ਸਰਕਾਰ ਨੇ 25 ਅਪ੍ਰੈਲ 2026 ਨੂੰ ਨੀਤੀ ਆਯੋਗ ਦੀ ਪੁਨਰ ਰਚਨਾ ਕੀਤੀ ਹੈ। ਹੋਇਆ ਕਿ ਸਰ ਇੱਕ ਮਿਸਟਰ ਅਸ਼ੋਕ ਕੁਮਾਰ ਲਹਿਰੀ ਨੇ ਸਰ, ਜੋ ਪੁਰਾਣੇ ਪਹਿਲੇ ਚੀਫ ਇਕਨੋਮਿਕ ਐਡਵਾਈਜ਼ਰ ਰਹੇ ਨੇ ਅਤੇ ਬੀਜੇਪੀ ਦੇ ਐਮਐਲਏ ਨੇ ਰਾਈਟ ਨਾਓ ਸਰ, ਫਰੋਮ ਬਲੂਰਘਾਟ ਵੈਸਟ ਬੰਗਾਲ ਤੋਂ ਸਰ। ਤਾਂ ਚੀਫ ਇਕਨੋਮਿਕ ਐਡਵਾਈਜ਼ਰ ਰਹੇ ਨੇ ਸਰ ਰੀਸੈਂਟਲੀ, ਕੀ ਨੇ ਉਹ ਬੀਜੇਪੀ ਦੇ ਐਮਐਲਏ ਨੇ, ਨਾਮ ਕੀ ਹੈ ਅਸ਼ੋਕ ਕੁਮਾਰ ਲਹਿਰੀ ਸਰ। ਇਹਨਾਂ ਨੂੰ ਨੀਤੀ ਆਯੋਗ ਦਾ ਵਾਈਸ ਚੇਅਰਪਰਸਨ ਲਗਾਇਆ ਗਿਆ, ਇਹਨਾਂ ਨੂੰ ਨੀਤੀ ਆਯੋਗ ਦਾ ਵਾਈਸ ਚੇਅਰਪਰਸਨ ਲਗਾਇਆ ਗਿਆ। ਅਸ਼ੋਕ ਕੁਮਾਰ ਲਹਿਰੀ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਤੇ ਪੱਛਮੀ ਬੰਗਾਲ ਦੇ ਬਾਲੂਰਘਾਟ ਤੋਂ ਭਾਜਪਾ ਵਿਧਾਇਕ ਨੂੰ ਨਵਾਂ ਉਪ ਚੇਅਰਪਰਸਨ ਨਿਯੁਕਤ ਕੀਤਾ ਗਿਆ ਸਰ। ਜਿਹੜਾ ਵਾਈਸ ਚੇਅਰਪਰਸਨ ਦੀ ਨਿਯੁਕਤੀ ਹੁੰਦੀ ਹੈ ਨਾ, ਇਹਨੂੰ ਆਟੋਮੈਟਿਕ ਕੈਬਨਿਟ ਰੈਂਕ ਦਾ ਦਰਜਾ ਮਿਲਦਾ ਸਰ। ਜੋ ਸੈਲਰੀ ਕੈਬਨਿਟ ਮੰਤਰੀ ਨੂੰ ਮਿਲਦੀ ਹੈ ਉਹੀ ਸੈਲਰੀ ਇਹਨਾਂ ਨੂੰ ਮਿਲਦੀ ਹੈ। ਜੋ ਗੱਡੀ ਨੌਕਰ ਚਾਕਰ ਬੰਗਲਾ ਸਹੂਲਤਾਂ ਪਰਕਿਸਟਸ ਕੈਬਨਿਟ ਮਿਨਿਸਟਰ ਨੂੰ ਮਿਲਦੇ ਨੇ ਨਾ, ਇਹ ਵੀ ਇਕੁਇਵਲੈਂਟ ਕੈਬਨਿਟ ਰੈਂਕ ਹੈ ਸਰ। ਕਿਹਦੀ ਗੱਲ ਕਰ ਰਹੇ ਹਾਂ, ਵਾਈਸ ਚੇਅਰਪਰਸਨ ਦੀ ਸਰ। ਸਰ ਚੇਅਰਪਰਸਨ ਕੌਣ ਹੁੰਦਾ ਹੈ ਸਰ, ਨੀਤੀ ਆਯੋਗ ਦਾ ਚੇਅਰਪਰਸਨ ਪ੍ਰਧਾਨ ਮੰਤਰੀ ਹੁੰਦੇ ਨੇ ਸਰ। ਨੀਤੀ ਆਯੋਗ ਚੇਅਰਪਰਸਨ ਕੌਣ ਹੁੰਦੇ ਨੇ, ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਨੇ। ਸੈਕੰਡ ਰੈਂਕ ਨੀਤੀ ਆਯੋਗ ਦਾ ਕਿਹੜਾ ਹੋ ਗਿਆ, ਵਾਈਸ ਚੇਅਰਪਰਸਨ। ਤਾਂ ਕੌਣ ਅਪਾਇੰਟ ਹੋਏ ਨੇ ਨਵੇਂ ਸਰ, ਤਾਂ ਰੀਸੈਂਟ ਅਪਾਇੰਟਮੈਂਟ ਦੇ ਵਿੱਚ ਕੁਐਸਚਨ ਆ ਸਕਦਾ ਪੇਪਰ ਦੇ ਵਿੱਚ, ਅਸ਼ੋਕ ਕੁਮਾਰ ਲਹਿਰੀ। ਕੀ ਟਿਕ ਕਰੋਗੇ, ਅਸ਼ੋਕ ਕੁਮਾਰ ਲਹਿਰੀ ਸਰ। ਤਾਂ ਕੱਲਾ ਇਹ ਨਹੀਂ ਕਿ ਕੌਣ ਅਪਾਇੰਟ ਹੋਏ ਪੇਪਰ 'ਚ ਪੁੱਛਿਆ ਜਾ ਸਕਦਾ, ਤਾਂ ਨੀਤੀ ਆਯੋਗ ਦੇ ਵਿੱਚ ਥੋੜੇ ਹੋਰ ਪੁਆਇੰਟਸ ਨੇ, ਉਹਨੂੰ ਪੜ੍ਹ ਲੈਣੇ ਆ ਸਰ ਫਟਾਫਟ, ਠੀਕ ਹੈ ਸਰ। ਇਹਨਾਂ ਨੇ ਕਿਹਨਾਂ ਨੂੰ ਸਕਸੀਡ ਕੀਤਾ ਹੈ ਸਰ, ਸੁਮਨ ਬੈਰੀ ਸਰ, ਠੀਕ ਹੈ। ਸੋ ਉਹ ਸੁਮਨ ਬੈਰੀ ਦਾ ਉੱਤਰਾਧਿਕਾਰੀ ਹੈ ਤੇ ਇਹ 2015 ਵਿੱਚ ਸਥਾਪਨਾ ਤੋਂ ਬਾਅਦ ਸੰਸਥਾ ਦਾ ਪਹਿਲਾ ਵੱਡਾ ਢਾਂਚਾਗਤ ਬਦਲਾਅ ਹੈ ਸਰ, ਠੀਕ ਹੈ। ਸੋ ਦਿਸ ਇਜ਼ ਅ ਮੇਜਰ ਸ਼ਿਫਟ ਸਿੰਸ 2015 ਸਰ। 2015 ਚ ਨੀਤੀ ਆਯੋਗ ਦਾ ਗਠਨ ਹੋਇਆ ਸੀਗਾ, ਉਸ ਤੋਂ ਬਾਅਦ ਹੁਣ ਤੱਕ ਇਹ ਸਭ ਤੋਂ ਮੇਜਰ ਇੱਕ ਚੇਂਜ ਕੀਤਾ ਸਰ ਰੀਸੈਂਟਲੀ ਸਰ। ਸਰ ਨਾਮ ਕੀ ਹੈ ਫਟਾਫਟ ਯਾਦ ਕਰ ਲਓ, ਕਿਹਨਾਂ ਨੂੰ ਅਪਾਇੰਟ ਕੀਤਾ, ਅਸ਼ੋਕ ਕੁਮਾਰ ਲਹਿਰੀ, ਅਸ਼ੋਕ ਕੁਮਾਰ ਲਹਿਰੀ ਸਰ। ਉਸ ਤੋਂ ਪਹਿਲੇ ਕੌਣ ਸੀਗੇ ਸਰ, ਸੁਮਨ ਬੈਰੀ। ਕੌਣ ਸੀਗੇ, ਸੁਮਨ ਬੈਰੀ ਸਰ। ਉਸ ਤੋਂ ਇਲਾਵਾ ਨਵੇਂ ਫੁੱਲ ਟਾਈਮ ਮੈਂਬਰਸ ਹੋਰ ਕਿਹੜੇ-ਕਿਹੜੇ ਅਪਾਇੰਟ ਹੋਏ ਨੇ ਸਰ, ਨਵੇਂ ਫੁੱਲ ਟਾਈਮ ਮੈਂਬਰਸ ਕਿਹੜੇ-ਕਿਹੜੇ ਅਪਾਇੰਟ ਹੋਏ ਨੇ ਸਰ, ਰਾਜੀਵ ਗਾਬਾ ਸਰ। ਕੌਣ ਨੇ ਇਹ, ਰਾਜੀਵ ਗਾਬਾ ਸਰ। ਉਸ ਤੋਂ ਬਾਅਦ ਪ੍ਰੋਫੈਸਰ केवी ਰਾਜੂ ਸਰ, प्रोफेसर गोवर्धन दास, ठीक है। सो अबे कांदेकर, डीएम श्रीनिवासन सर। तो ये कुछ होर जो न्यू फुल टाइम मेंबर्स अपॉइंट होने, फटाफट क्विक। राजीव गौबा सर, प्रोफेसर केवी राजू, प्रोफेसर गोवर्धन दास, अबे करंदीकर ਅਤੇ डॉक्टर एम श्रीनिवासन सर, फाइन। सो ਇਹ ਫੁੱਲ ਟਾਈਮ ਮੈਂਬਰਸ ਅਪਾਇੰਟ ਹੋਏ ਨੇ, ਇਹਨਾਂ ਦੀ ਡਿਟੇਲ ਦੇ ਵਿੱਚ ਇਹਨੇ ਜਾਣ ਦੀ ਜ਼ਰੂਰਤ ਨਹੀਂ, ਇਸ ਲਈ ਮੈਂ ਲਿਖਿਆ ਨਹੀਂ ਸਰ। ਜਿਵੇਂ ਉਹ ਸੈਕਟਰੀ ਰਹੇ ਨੇ ਹਨਾ ਰਾਜੀਵ ਗਾਬਾ ਸਾਹਿਬ, ਤੋਂ ਮੈਂ ਕੱਲੇ ਮੈਂਸ਼ਨ ਨਹੀਂ ਕੀਤਾ ਸਰ, ਇੰਨਾ ਕੁਝ ਕਰਨ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਰ ਨੀਤੀ ਆਯੋਗ। ਸਰ ਨੀਤੀ ਆਯੋਗ ਕੀ ਹੈ ਸਰ, ਨੀਤੀ ਆਯੋਗ ਭਾਰਤ ਸਰਕਾਰ ਦਾ ਸਭ ਤੋਂ ਉੱਚ ਪੱਧਰੀ ਨੀਤੀ ਚਿੰਤਨ ਟੈਂਕ ਹੈ ਸਰ। ਕੀ ਬਣਾਉਂਦਾ ਹੈ ਸਰ, ਉਹ ਨੀਤੀਆਂ ਬਣਾਉਂਦਾ ਹੈ। ਕੀ ਬਣਾਉਂਦਾ, ਉਹ ਪਾਲਿਸੀਜ਼ ਬਣਾਉਂਦਾ ਹੈ। ਕੀ ਬਣਾਉਂਦਾ ਉਹ, ਜਿਹੜਾ ਸੋਸ਼ਲ ਅਤੇ ਇਕਨੋਮਿਕ ਪਾਲਿਸੀਜ਼ ਨੂੰ ਇੱਕ ਬੈਲੈਂਸ ਬਣਾ ਕੇ ਚੱਲਦਾ ਹੈ ਸਰ, ਫਾਈਨ। ਅਤੇ ਇਹ ਇੱਕ ਨੀਤੀ ਆਯੋਗ ਓਵਰਆਲ ਹੈ ਸਰ, ਯਾਨੀ ਕਿ ਇਹ ਸੈਂਟਰ ਤੋਂ ਲੈ ਕੇ ਸਟੇਟ ਤੱਕ ਦੀਆਂ ਸਰ, ਉੱਪਰ ਤੋਂ ਲੈ ਕੇ ਨੀਚੇ ਤੱਕ ਦੀਆਂ ਸਰ, ਠੀਕ ਹੈ, ਇੱਕ ਸੂਤਰ ਚ ਪਰੋਣ ਦੀ ਕੋਸ਼ਿਸ਼ ਕਰਦਾ ਸਾਰੀ ਪਾਲਿਸੀਜ਼ ਨੂੰ ਸਰ। ਸੋ ਇਟ ਸਰਵਸ ਐਜ਼ ਅ ਨੋਡਲ ਏਜੰਸੀ ਫॉर द ਪ੍ਰੋਮੋਟਿੰਗ ਦ ਇਕਨੋਮਿਕ ਡਿਵੈਲਪਮੈਂਟ ਐਂਡ ਕੋਆਪਰੇਟਿਵ ਫੈਡਰਲਿਜ਼ਮ। ਆਈ ਗੱਲ ਤੇ ਬਾਰੀ-ਬਾਰ ਫੋਕਸ ਕਰ ਰਹੇ ਹਾਂ। ਇੱਕ ਸਭ ਤੋਂ ਵੱਡਾ ਮੇਨ ਪਰਪਸ ਕੀ ਹੈ, ਇਕਨੋਮਿਕ ਡਿਵੈਲਪਮੈਂਟ ਹੈ। ਜੋ ਵੀ ਸਾਨੂੰ ਪਾਲਿਸੀ ਤਿਆਰ ਕਰਨੀ ਹੈ, ਕਿਸ ਨੂੰ ਧਿਆਨ ਚ ਰੱਖ ਕੇ ਕਰਨੀ ਹੈ ਕਿ ਸਾਡਾ ਜੋ ਆਰਥਿਕ ਡਿਵੈਲਪਮੈਂਟ ਹੋਵੇ ਸਰ, ਫਾਈਨ। ਦੂਸਰਾ ਉਸ ਤੋਂ ਬਾਅਦ ਕੋਆਪਰੇਟਿਵ ਫੈਡਰਲਿਜ਼ਮ। ਕੋਆਪਰੇਟਿਵ ਫੈਡਰਲਿਜ਼ਮ ਕੀ ਹੁੰਦਾ ਸਰ, ਜਦੋਂ ਮੋਦੀ ਸਾਹਿਬ ਨਵੇਂ ਚੁਣ ਕੇ ਆਏ ਨਾ, ਮੋਦੀ ਸਾਹਿਬ ਕਹਿੰਦੇ ਕਿ ਸਾਨੂੰ ਲੱਗਦਾ ਸੀਗਾ ਜਦੋਂ ਮੁੱਖ ਮੰਤਰੀ ਸੀ ਨਾ, ਸਾਨੂੰ ਕੇਂਦਰ ਪੁੱਛਦੇ ਨਹੀਂ ਮੁੱਖ ਮੰਤਰੀਆਂ ਨੂੰ ਸਰ। ਕਹਿੰਦੇ ਸਰ ਮੈंने ਸਭ ਤੋਂ ਪਹਿਲੇ ਆ ਕੇ ਨਾ ਨੀਤੀ ਆਯੋਗ ਬਣਾਇਆ, ਨੀਤੀ ਆਯੋਗ ਦੇ ਵਿੱਚ ਸਾਰੇ ਜਿੰਨੇ ਸਾਰੇ ਮੁੱਖ ਮੰਤਰੀ ਨੇ ਉਸ ਮੈਂਬਰਸ ਨੇ ਸਰ। ਜਦੋਂ ਵੀ ਨੀਤੀ ਆਯੋਗ ਦੀ ਮੀਟਿੰਗ ਹੋਊਗੀ ਨਾ, ਸਾਰੇ ਮੁੱਖ ਮੰਤਰੀ ਉਸ ਮੀਟਿੰਗ ਚ ਪਹੁੰਚਣਗੇ ਸਰ, ਔਰ ਆਪਣੇ ਵਿਚਾਰ ਦੇ ਸਕਦੇ ਨੇ ਸਰ। ਤਾਂ ਇਕੱਲਾ ਇਹ ਨਹੀਂ ਕਿ ਕੇਂਦਰ ਇੱਕ ਪਾਲਿਸੀ ਡਿਜ਼ਾਈਨ ਕਰਕੇ ਭੇਜ ਦੇਗਾ ਤਾਂ ਸਾਰੀਆਂ ਸਟੇਟਸ ਇੰਪਲੀਮੈਂਟ ਕਰ ਦਿੱਤੀ ਜਾਊਗੀ। ਕਿਸੇ ਵੀ ਪਾਲਿਸੀ ਨੂੰ ਇੰਪਲੀਮੈਂਟ ਕਰਨ ਲੱਗੇ ਤੋਂ ਪਹਿਲੇ ਸਟੇਟ ਦੀ ਸਲਾਹ ਲੈਣੀ ਵੀ ਬੜੀ ਜ਼ਰੂਰੀ ਹੈ, ਕਿਉਂਕਿ ਜਿਹੜੇ ਮੁੱਖ ਮੰਤਰੀ ਨੂੰ ਆਪਣੇ ਆਪ ਬਹੁਤ ਐਕਸਪੀਰੀਅੰਸਡ ਹੁੰਦੇ ਨੇ ਸਰ। ਤਾਂ ਉਹਨਾਂ ਸਰਕਾਰਾਂ ਤੋਂ ਵੀ ਸਲਾਹ ਲੈਣੀ ਬੜੀ ਜ਼ਰੂਰੀ ਹੁੰਦੀ ਹੈ। ਤਾਂ ਯਾਨੀ ਕਿ ਕੇਂਦਰ ਔਰ ਜਿਹੜਾ ਸਟੇਟ ਉਹ ਇਕੱਠੇ ਮਿਲ ਕੇ ਕੰਮ ਕਰਨਗੇ, ਉਹਨੂੰ ਅਸੀਂ ਬੋਲਦੇ ਹਾਂ ਕੋਆਪਰੇਟਿਵ ਫੈਡਰਲਿਜ਼ਮ। ਉਹਨੂੰ ਕੀ ਬੋਲਦੇ ਹਾਂ, ਕੋਆਪਰੇਟਿਵ
फेडरलिज्म सर। तो यानी कि जो नीति आयोग बनाया गया ना, उसका मेन मकसद यही ਸੀਗਾ ਕਿ ਕੋਆਪਰੇਟਿਵ ਫੈਡਰਲਿਜ਼ਮ ਪ੍ਰਮੋਟ ਕਰਨਾ, ਦੂਸਰਾ ਇਕਨੋਮਿਕ ਡਿਵੈਲਪਮੈਂਟ ਸਰ, ਵਿੱਤੀ ਡਿਵੈਲਪਮੈਂਟ ਸਰ। ਫਾਈਨ ਸਰ, ਕੇਂਦਰ ਅਤੇ ਰਾਜਾਂ ਦੇ ਵਿੱਚ ਵਾਲੇ ਆਰਥਿਕ ਵਿਕਾਸ ਅਤੇ ਸਹਿਯੋਗੀ ਫੈਡਰਲਿਜ਼ਮ ਨੂੰ ਉਤਸ਼ਾਹਿਤ ਕਰਦਾ ਹੈ। ਸਹਿਯੋਗੀ ਫੈਡਰਲਿਜ਼ਮ ਸਮਝ ਆਈ ਕੀ ਹੈ? ਸਮਝ ਆਇਆ ਕਿ ਨਹੀਂ ਸਮਝ ਆਇਆ? ਫਾਈਨ, ਤਾਂ ਜੋ ਸਟੇਟ ਦੇ ਮੁੱਖ ਮੰਤਰੀਆਂ ਦੀ, ਉਹਨਾਂ ਦੇ ਸੀਨੀਅਰ ਮਿਨਿਸਟਰ ਜ਼ਿਕਰ ਕਰ ਮੁੱਖ ਮੰਤਰੀ ਨਹੀਂ ਪਹੁੰਚ ਸਕਦੇ, ਉਹਨਾਂ ਨੇ ਆਪਣਾ ਕੋਈ ਰਿਪਰੈਜ਼ੈਂਟੇਟਿਵ ਭੇਜਤਾ ਨਾ, ਪਿੱਛੇ ਬੈਕ ਐਂਡ ਦੀ ਟੀਮ ਕੰਮ ਕਰ ਰਹੀ ਹੈ, ਉਹ ਵੀ ਆਪਣੀ ਸਲਾਹ ਦੇ ਸਕਣ ਸਰ। ਉਸ ਤੋਂ ਬਾਅਦ ਨੂੰ ਸਾਹਿਲ ਕਰਨ ਵਾਲੀ ਮੁੱਖ ਨੋਡਲ ਏਜੰਸੀ ਵਜੋਂ ਕੰਮ ਕਰਦੀ ਹੈ ਸਰ। ਨੀਤੀ ਆਯੋਗ ਦੀ ਸਥਾਪਨਾ ਕਦੋਂ ਹੋਈ ਸੀ? ਫਟਾਫਟ ਦੱਸੋ ਸ਼ਾਬਾਸ਼। ਕਦੋਂ ਹੋਈ ਸੀ? 1 ਜਨਵਰੀ 2015 ਨੂੰ ਸਰ। ਸਰ ਕਿਵੇਂ ਹੋਈ ਸੀ? ਇੱਕ ਕਾਨੂੰਨ ਬਣਾਇਆ ਗਿਆ ਸੀਗਾ, ਕੋਈ ਪਾਰਲੀਮੈਂਟ ਨੇ ਕਾਨੂੰਨ ਪਾਰਿਤ ਕਰਕੇ ਸਥਾਪਨਾ ਕੀਤੀ ਸੀ ਕਿ ਨਹੀਂ ਸਰ? ਕੈਬਨਿਟ ਨੇ ਮਤਾ ਪਾਸ ਕੀਤਾ ਸੀਗਾ, ਕੈਬਨਿਟ ਨੇ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ, ਮਤਾ ਪਾਸ ਕੀਤਾ ਸੀਗਾ ਸਰ। ਸੋ ਕੈਬਨਿਟ ਦੇ ਰੈਜ਼ੋਲੂਸ਼ਨ ਰਾਹੀਂ ਹੋਈ ਸੀਗੀ ਸਰ। ਉਸ ਤੋਂ ਬਾਅਦ ਇਹਨੇ ਕਿਹਨੂੰ ਰਿਪਲੇਸ ਕੀਤਾ ਸੀਗਾ ਸਰ? ਇਸ ਤੋਂ ਪਹਿਲੇ ਕਿਹੜੀ ਬਾਡੀ ਕੰਮ ਕਰਦੀ ਸੀਗੀ? ਪਲੈਨਿੰਗ ਕਮਿਸ਼ਨ। ਠੀਕ ਹੈ, ਪਲੈਨਿੰਗ ਕਮਿਸ਼ਨ ਜੋ ਪਿਛਲੇ ਤਕਰੀਬਨ 65 ਸਾਲਾਂ ਪੁਰਾਣੀ ਬਾਡੀ ਸੀਗੀ, 1950 ਤੋਂ ਕੰਮ ਕਰਦੀ ਆ ਰਹੀ ਸੀ, ਤੇ ਇਸਨੇ ਪਲੈਨਿੰਗ ਕਮਿਸ਼ਨ ਦੇ ਥਾਂ ਲਈ ਜੋ 1950 ਤੋਂ 65 ਸਾਲਾਂ ਤੱਕ ਕੰਮ ਕਰਦੀ ਆ ਰਹੀ ਸੀਗੀ ਸਰ। ਉਸ ਤੋਂ ਬਾਅਦ ਸਰ अब तरक ਕੀ ਸੀਗਾ? क्यों ਅੱਜ ਤੱਕ ਕਿਸੇ ਸਰਕਾਰ ਨੇ ਪਲੈਨਿੰਗ ਕਮਿਸ਼ਨ ਉਠਾਇਆ ਨਹੀਂ ਸਰ? ਬੜੀਆਂ ਸਰਕਾਰਾਂ ਆਈਆਂ ਗਈਆਂ ਸਰ, ਨੀਤੀ ਆਯੋਗ ਕਿਉਂ ਲਾਇਆ ਗਿਆ? ਤਰਕ ਕੀ ਸੀਗਾ ਸਰ? ਤਰਕ ਸੀਗਾ ਇਹਨਾਂ ਦਾ ਟੌਪ ਡਾਊਨ ਅਪਰੋਚ, the old top down approach, one size fits all। ਉਹ ਕਹਿੰਦੇ ਸੀਗੇ ਜਿਹੜੀ ਪੁਰਾਣੀ ਅਪਰੋਚ ਹੈ ਨਾ, one size fits all, ਕੇਂਦਰ ਬਣਾ ਦਿੰਦੀ ਸੀ ਨੀਤੀ, ਤੇ ਸਾਰੇ ਨੀਚੇ ਸਟੇਟਸ ਉੱਪਰ ਇੰਪਲੀਮੈਂਟ ਹੋ ਜਾਂਦੇ ਸੀਗੇ ਸਰ। ਹਰ ਸਟੇਟ ਦੀ ਨਾ ਆਪਣੀ ਜ਼ਰੂਰਤ ਹੈ, ਹਰ ਸਟੇਟ ਦਾ ਆਪਣਾ ਡੈਮੋਗ੍ਰਾਫਿਕ ਡਿਵੀਡੈਂਡ ਹੈ ਸਰ, ਹਰ ਸਟੇਟ ਦੀ ਆਪਣੀ ਹਿਸਟਰੀ ਹੈ, ਹਰ ਸਟੇਟ ਦੀ ਆਪਣੀ ਨੀਡ ਹੈ ਸਰ, ਹਰ ਸਟੇਟ ਦਾ ਫੈਕਟਰਸ ਅਲੱਗ-ਅਲੱਗ ਨੇ ਸਰ। ਇੱਕ ਸਿੰਗਲ ਤੁਸੀਂ ਪਾਲਿਸੀ ਡਿਜ਼ਾਈਨ ਕਰਕੇ ਸਾਰਿਆਂ ਦੇ ਥੋਪ ਨਹੀਂ ਸਕਦੇ ਸਰ। ਤੇ ਜਿਹੜੀ 올ਡ ਨੀਤੀ ਸੀਗੀ ਨਾ, ਜੋ ਸੀਗਾ one size fits all model of the planning commission was replaced by the dynamic bottom up approach sir। ਤਾਂ ਨੀਚੋਂ ਦੀ ਅਪਰੋਚ ਆਏਗੀ ਸਰ, ਨੀਚੋਂ ਜਿਹੜੇ ਆਪਣੇ ਮੁੱਖ ਮੰਤਰੀ ਨੇ ਇਹ ਸਾਨੂੰ ਸਲਾਹ ਦੇਣਗੇ, ਤਾਂ ਕੇਂਦਰ ਇੱਕ ਪਾਲਿਸੀ ਡਿਜ਼ਾਈਨ ਕਰੇਗਾ ਜੋ ਕਿ ਇੰਪਲੀਮੈਂਟ ਹੋਗੀ ਪੂਰੇ ਦੇਸ਼ ਦੇ ਵਿੱਚ ਸਰ, ਨਾ ਕਿ ਉੱਪਰੋਂ ਚੀਜ਼ ਆਏਗੀ, ਨੀਚੋਂ ਜਾਏਗੀ ਚੀਜ਼ ਸਰ। ਫਾਈਨ, ਜਿਹਨੂੰ ਸੇ ਬੋਲਦੇ हैं ਬॉटम ਅਪ ਅਪਰੋਚ। ਤਾਂ ਪਲੈਨਿੰਗ ਕਮਿਸ਼ਨ ਦਾ ਪੁਰਾਣਾ ਟੌਪ ਡਾਊਨ ਇੱਕੋ ਆਕਾਰ ਸਬਲੀ ਮਾਡਲ ਨੂੰ ਗਤੀਸ਼ੀਲ ਬॉटम ਅਪ ਢੰਗ ਨਾਲ ਬਦਲਿਆ ਗਿਆ ਹੈ ਸਰ। ਉਸ ਤੋਂ ਬਾਅਦ ਤਾਂ ਪ੍ਰਾਇਮਰੀ ਆਬਜੈਕਟਿਵ ਕੀ ਸੀਗਾ? ਜਿਹੜੇ ਸਟੇਟ ਗਵਰਨਮੈਂਟਸ ਨੇ ਉਹਨਾਂ ਨੂੰ ਨੈਸ਼ਨਲ ਇਕਨੋਮਿਕ ਪਾਲਿਸੀ ਦੇ ਵਿੱਚ ਯੋਗਦਾਨ ਦੇਣਾ ਸਰ। ਤਾਂ ਮੁੱਖ ਉਦੇਸ਼ ਕੀ ਸੀ? ਜੋ ਰਾਸ਼ਟਰੀ ਆਰਥਿਕ ਨੀਤੀ ਬਣਾਉਣ ਦੇ ਵਿੱਚ ਰਾਜ ਸਰਕਾਰਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣਾ ਹੈ, ਤਾਂ ਕਿ ਸਟੇਟਸ ਵੀ ਐਕਟਿਵਲੀ ਪਾਰਟਿਸਿਪੇਟ ਕਰ ਸਕਣ। ਨਾਟ ਓਨਲੀ ਸਟੇਟਸ, ਯੂਟੀਜ਼ ਹੈਵਿੰਗ ਦ ਸਟੇਟ ਅਸੈਂਬਲੀਜ਼, ਉਦਾਹਰਨ ਤੌਰ ਤੇ ਦਿੱਲੀ, ਪੌਂਡੀਚੇਰੀ ਸਰ, ਤਾਂ ਉਹਨਾਂ ਦੀ ਆਪਣੀਆਂ ਵਿਧਾਨ ਸਭਾ ਹੈਗੀਆਂ ਨੇ, ਉਹ ਵੀ ਕੰਟਰੀਬਿਊਟ ਕਰ ਸਕਣ, ਉਹਨਾਂ ਦੇ ਮੁੱਖ ਮੰਤਰੀ ਨੇ ਉਹ ਵੀ ਮੈਂਬਰਸ ਹੁੰਦੇ ਨੇ ਸਰ। ਉਸ ਤੋਂ ਬਾਅਦ ਸਰ ਇਹ ਇੱਕ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ, ਸਾਨੇ ਕੋਈ ਲੌਂਗ ਟਰਮ ਪਲੈਨਿੰਗ ਕਰਨੀ ਹੈ, ਸਟ੍ਰੈਟੇਜਿਕ ਥਿੰਕਿੰਗ ਕਰਨੀ ਹੈ, ਅਸੀਂ ਕੋਈ ਇਨੋਵੇਸ਼ਨ ਕਰਨੀ ਹੈ, ਅਸੀਂ ਕੋਈ ਨੈਸ਼ਨਲ ਸਿਕਿਉਰਿਟੀ ਨੂੰ ਇਕਨੋਮਿਕ ਸਟ੍ਰੈਟੇਜੀ ਨਾਲ ਮਿਕਸ ਕਰਨਾ ਹੈ ਸਰ। ਠੀਕ ਹੈ ਨਾ, ਤਾਂ ਸਾਨੇ ਯਾਨੀ ਕਿ ਇਕਨੋਮਿਕ ਤਰੱਕੀ ਵੀ ਕਰਨੀ ਹੈ ਔਰ ਸਾਈਡ ਬਾਈ ਸਾਈਡ ਸਾਨੂੰ ਨੈਸ਼ਨਲ ਸਿਕਿਉਰਿਟੀ ਦਾ ਵੀ ਧਿਆਨ ਰੱਖਣਾ ਹੈ ਸਰ। ਤਾਂ ਇਕਨੋਮਿਕ ਨੈਸ਼ਨਲ ਸਿਕਿਉਰਿਟੀ ਨੂੰ ਸਭ ਦੀ ਭਾਗੀਦਾਰੀ ਨੂੰ ਇਕੱਠਾ ਲੈ ਕੇ ਚੱਲਣਾ ਹੀ ਇਹਦਾ ਮੁੱਖ ਉਦੇਸ਼ ਹੈ ਸਰ। ਸੋ ਲੰਬੇ ਗਾਲੇ ਦੀ ਰਣਨੀਤਿਕ ਸੋਚ, ਖੇਤਰੀ ਨਵੀਨਤਾ ਅਤੇ ਆਰਥਿਕ ਰਣਨੀਤੀ ਵਿੱਚ ਰਾਸ਼ਟਰੀ ਸੁਰੱਖਿਆ ਨੂੰ ਸ਼ਾਮਿਲ ਕਰਨ ਲਈ ਪਲੇਟਫਾਰਮ ਮੁਹੱਈਆ ਕਰਦੀ ਹੈ ਸਰ। ਸੋ ਇਟ ਸਪੋਰਟਸ ਦ ਨੈਸ਼ਨਲ ਵਿਜ਼ਨ, ਜੋ ਸਰਕਾਰ ਦੀ ਵਿਜ਼ਨ ਹੈ, ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਵਿਕਸਿਤ ਭਾਰਤ ਚਾਹੁੰਦੇ ਹਾਂ ਸਨ 2047 ਤੱਕ। ਠੀਕ ਹੈ ਨਾ ਸਰ, ਉਸ ਵਿਕਸਿਤ ਜਿਹੜਾ ਭਾਰਤ ਜਿਹੜੀ ਵਿਜ਼ਨ ਹੈ ਉਹਦੇ ਵਿੱਚ ਯੋਗਦਾਨ ਪਾਣਾ ਵੀ ਇਹਦਾ ਇੱਕ ਮਕਸਦ ਹੈ ਸਰ। ਕੁਛ ਨਾ ਕੁਛ ਹੈਗਾ ਮੈਂ ਗੱਲ ਕਰਦਾ, ਅੱਗੇ ਆਊਗਾ ਯੂਟੀ ਦਾ। ਉਸ ਤੋਂ ਬਾਅਦ ਸਰ ਮੇਨ ਕੰਮ ਕੀ ਕਰਦੀ ਹੈ? ਸੋ ਆਲਰੇਡੀ ਦੱਸ ਚੁੱਕੇ ਹਾਂ, ਫਾਰਮੂਲੇਟ ਕਰਦੀ ਹੈ ਪਾਲਿਸੀ ਨੂੰ, ਪਾਲਿਸੀ ਬਣਾਉਂਦੀ ਹੈ ਸਰ। ਠੀਕ ਹੈ, ਸੋ ਉਸਦਾ ਫਰੇਮਵਰਕ ਡਿਜ਼ਾਈਨ ਕਰਦੀ ਹੈ ਸਰ। ਤਾਂ ਨੀਤੀ ਆਯੋਗ ਰਣਨੀਤਿਕ ਅਤੇ ਲੰਬੀ ਮਿਆਦ ਵਾਲੀ ਨੀਤੀਆਂ ਨੂੰ, ਪ੍ਰੋਗਰਾਮ ਦੇ ਫਰੇਮਵਰਕ ਨੂੰ ਤਿਆਰ ਕਰਦੀ ਹੈ ਸਰ। ਤੇ ਇੱਕ ਤਰੀਕੇ ਦਾ ਇਹ ਮਤਲਬ ਕਿ ਨੌਲੇਜ ਹਬ ਦੀ ਤਰ੍ਹਾਂ ਕੰਮ ਕਰਦੀ ਹੈ, ਡੈਪੋਜ਼ਿਟਰੀ ਆਫ ਬੈਸਟ ਪ੍ਰੈਕਟਿਸਿਸ ਫॉर द ਸੈਂਟਰਲ ਐਂਡ ਸਟੇਟ ਗਵਰਨਮੈਂਟਸ। ਇਹ ਕੇਂਦਰੀ ਅਤੇ ਰਾਜ ਸਰਕਾਰਾਂ ਲਈ ਗਿਆਨ ਹੱਬ ਅਤੇ ਸਰਵੋਤਮ ਅਭਿਆਸਾਂ ਦੇ ਭੰਡਾਰ ਵਜੋਂ ਕੰਮ ਕਰਦੀ ਹੈ। ਸੋ ਦਾ ਬੈਸਟ ਪ੍ਰੈਕਟਿਸਿਸ ਜੋ ਥਰੂ ਆਊਟ ਦਾ ਸੰਸਾਰ, ਥਰੂ ਆਊਟ ਦਾ ਵਰਲਡ ਫੋਲੋ ਕੀਤੇ ਜਾਂਦੇ ਨੇ ਸਰ। ਤਾਂ ਨੀਤੀ ਆਯੋਗ ਕੋਸ਼ਿਸ਼ ਕਰਦਾ ਉਹਨਾਂ ਪਾਲਿਸੀਜ਼ ਨੂੰ ਕੇਂਦਰ ਤੇ ਸਟੇਟ ਗਵਰਨਮੈਂਟ ਲੈਵਲ ਤੇ ਇੰਪਲੀਮੈਂਟ ਕਰਨ ਦੇ ਲਈ ਸਰ। ਠੀਕ ਹੈ, ਅਗਰ ਕੋਈ ਸਟੇਟ ਗਵਰਨਮੈਂਟ ਨੇ ਕੋਈ ਦਿੱਕਤ ਆ ਰਹੀ ਹੈ, ਉਹਨਾਂ ਉੱਪਰ ਕਰਜ਼ਾ ਜ਼ਿਆਦਾ ਚੜ ਗਿਆ, ਹੁਣ ਕਰਜ਼ੇ ਨੂੰ ਕਿਵੇਂ ਉਤਾਰਿਆ ਜਾਵੇ ਸਰ, ਉਹਦੇ ਲਈ ਕੋਈ ਉਹਨਾਂ ਨੇ ਕੋਈ ਨੌਲੇਜ ਲੈਣੀ ਹੈ, ਨੌਲੇਜ ਸ਼ੇਅਰ ਕਰਨੀ ਹੈ, ਬੈਸਟ ਪ੍ਰੈਕਟਿਸਿਸ ਨੂੰ ਸਮਝਣਾ ਹੈ ਸਰ। ਤਾਂ ਜ਼ਾਹਿਰ ਜੀ ਗੱਲ ਹੈ ਕਿ ਨੀਤੀ ਆਯੋਗ ਦਾ ਰੁਖ ਕਰ ਸਕਦੇ ਨੇ, ਨੀਤੀ ਆਯੋਗ ਵਿਲ ਐਕਟ ਐਜ਼ ਐਡਵਾਈਜ਼ਰ ਸਰ। ਰਾਈਟ ਨਾਓ ਫॉर ਐਗਜ਼ਾਮਪਲ ਹੁਣ ਪੰਜਾਬ ਤੇ ਬਹੁਤ ਕਰਜ਼ਾ ਚੜਿਆ ਹੋਇਆ ਹੈ ਸਰ। ਅਗਰ ਕੋਈ ਪੰਜਾਬ ਦੇ ਵਿੱਤ ਮੰਤਰੀ ਨੇ ਕੁਝ ਡਿਸਕਸ਼ਨ ਕਰਨੀ ਹੈ, ਮੈਨੂੰ ਕਿਵੇਂ ਉਤਾਰਿਆ ਜਾਏ, ਹਨਾ, ਨਾਅਰੇਬਾਜ਼ੀ ਇੱਕ ਵੱਖਰੀ ਚੀਜ਼ ਹੈ ਸਰ, ਪੋਲੀਟੀਕਲ ਬਿਆਨਬਾਜ਼ੀ ਇੱਕ ਵੱਖਰੀ ਚੀਜ਼ ਹੈ। ਗੱਲ ਹੈ ਕਿ ਪ੍ਰੈਕਟੀਕਲ ਉਸਨੇ ਕੰਮ ਕਰਨ ਦੀ ਵਾਰੀ ਆਉਂਦੀ ਹੈ, ਉਸਨੂੰ ਕਿਵੇਂ ਨਿਬੇੜਿਆ ਜਾ ਸਕੇ ਸਰ। ਤਾਂ ਬੜੇ ਚੀਫ ਇਕਨੋਮਿਕ ਐਡਵਾਈਜ਼ਰ ਇਸ ਨੀਤੀ ਆਯੋਗ ਦੇ ਮੈਂਬਰ ਹੈਗੇ ਨੇ, ਤੁਸੀਂ ਜਾਓ ਔਰ ਉਹਨਾਂ ਨੂੰ ਮਿਲੋ ਸਰ। ਠੀਕ ਹੈ ਨਾ, ਗਿਆਨ ਸ਼ੇਅਰ ਕਰੋ, ਤਾਂ ਕੋਸ਼ਿਸ਼ ਕਰੋ ਆਪਣੇ ਉਸ ਕਰਜ਼ੇ ਨੂੰ ਉਤਾਰਨ ਦੇ ਲਈ ਸਰ। ਫਾਈਨ, ਤਾਂ ਤੁਹਾਨੂੰ ਗਿਆਨ ਦਾ ਸਰੋਤ ਕਿੱਥੋਂ ਮਿਲੂਗਾ? ਇੱਥੋਂ ਮਿਲੂਗਾ ਸਰ।
ਉਸ ਤੋਂ ਬਾਅਦ ਇਟ ਮੋਨੀਟਰਸ ਐਂਡ ਇਵੈਲੂਏਟਸ ਦ ਇੰਪਲੀਮੈਂਟੇਸ਼ਨ ਆਫ ਗਵਰਨਮੈਂਟ ਪ੍ਰੋਗਰਾਮਸ ਐਂਡ ਇਨੀਸ਼ੀਏਟਿਵ। ਇਹ ਕੱਲੇ ਪਾਲਿਸੀਜ਼ ਬਣਾਉਂਦੇ ਨਹੀਂ ਤੇ ਇਹ ਵੀ ਸਾਈਡ ਬਾਈ ਸਾਈਡ ਵਾਚ ਕਰਦੇ ਨੇ ਕਿ ਜਿਹੜੇ ਪਾਲਿਸੀਜ਼ ਨੂੰ ਸਹੀ ਢੰਗ ਨਾਲ ਇੰਪਲੀਮੈਂਟ ਹੋ ਰਹੇ ਨੇ ਕਿ ਨਹੀਂ ਹੋ ਰਹੇ ਸਰ। ਕੱਲਾ ਪਾਲਿਸੀ ਬਣਾ ਕੇ ਨਹੀਂ ਛੱਡੀ ਜਾਂਦੀਆਂ ਸਰ, तो कहने वो लागू हो रहे ने कि नहीं हो रहे, उसकी निगरानी ते मुलांकन भी करना है सर। ਇਹਦੀ ਗੱਲ ਕਰ ਰਹੇ ਹਾਂ ਸਰ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਤੇ ਪਹਿਲਕਦਮੀਆਂ ਦੀ ਸਰ। ਉਸ ਤੋਂ ਬਾਅਦ ਸਰ ਨੈਕਸਟ ਇਹ ਵੱਖ-ਵੱਖ ਖੇਤਰਾਂ ਵਿੱਚ ਸੁਧਾਰ ਲਿਆਉਂਦੀ ਹੈ ਤਾਂ ਜੋ ਜੀਣ ਦੀ ਆਸਾਨੀ ਅਤੇ ਕਾਰੋਬਾਰ ਕਰਨ ਦੀ ਆਸਾਨੀ ਵਧਾਈ ਜਾ ਸਕੇ। ਸਭ ਤੋਂ ਮੇਨ ਮਕਸਦ ਕੀ ਹੈ, ਮੈਂ ਤੁਹਾਨੂੰ ਕਹਿ ਚੁੱਕਾ, ਇਕਨੋਮਿਕ ਡਿਵੈਲਪਮੈਂਟ ਸਰ, ਯਾਨੀ ਕਿ ਈਜ਼ ਆਫ ਡੂਇੰਗ ਬਿਜ਼ਨਸ। ਸਾਡੇ ਦੇਸ਼ ਦੇ ਵਿੱਚ ਇਦਾਂ ਨਾ ਹੋਵੇ ਨਾ, ਜਿਵੇਂ ਦੁਬਈ ਦੇ ਵਿੱਚ ਕੀ ਹੁੰਦਾ 2 ਮਿੰਟ ਕੰਪਨੀ, ਯਾਨੀ ਕਿ ਉਦਾਹਰਨ ਤੌਰ ਤੇ ਅੱਧੇ ਘੰਟੇ ਚ ਕੰਪਨੀ ਰਜਿਸਟਰ ਹੋ ਜਾਂਦੀ ਹੈ, ਘੰਟੇ ਚ ਰਜਿਸਟਰ ਹੋ ਜਾਂਦੀ ਹੈ। ਸਾਡੇ ਇੱਥੇ ਅਗਲਾ ਅੱਧੇ ਪੌਣੇ ਘੰਟੇ ਰਜਿਸਟਰ ਵੀ ਨਹੀਂ ਕਰਾ ਸਕਦਾ ਆਪਣੇ ਪਲਾਟ ਦੇ ਸਰ। ਅਗਲਾ ਇੱਥੇ ਅੱਧੇ ਪੌਣੇ ਘੰਟੇ ਚ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਲੈ ਸਕਦਾ ਸਰ। ਕੰਪਨੀ ਰਜਿਸਟਰ ਕਰਨ ਦੇ ਬਹੁਤ ਦੂਰ ਦੀ ਗੱਲਾਂ ਨੇ ਸਰ। ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਬਿਜ਼ਨਸ ਕਰਨਾ ਬਹੁਤ ਸੌਖਾ ਹੋਵੇ। और सिंगल प्लेटफॉर्म होना चाहिए, सिंगल विंडो होनी चाहिए, चाहे वो पोल्यूशन कंट्रोल बोर्ड की एनओसी है, चाहे कोई एक्साइज का सर्टिफिकेट है, चाहे कोई जीएसटी सर्टिफिकेट है, चाहे कोई इनकम टैक्स का सर्टिफिकेट है, चाहे कोई लोकल कोई अपने यहाँ म्यूनसिपल कमेटियां दे कोई सानू कोई एनओसी चाहिए है, वो सारियां सिंगल विंडो तो मिलनी चाहिए ने सर। ये ना हो कि बंदे ने बिजनेस करना है तो थां-थां ते भटकी जावे सर। ये नहीं कि उन्होंने बिजनेस कंपनी फैक्ट्री शुरू करने लगी 6 8 10 महीने लग जाए सर। ਅਸੀਂ ਉਸ ਚੀਜ਼ ਨੂੰ ਵਪਾਰ ਕਰਨ ਨੂੰ ਸੌਖਾ ਕਰਨਾ ਚਾਹੁੰਦੇ ਤਾਂ ਹੀ ਸਾਡੀ ਇਕਨੋਮਿਕ ਡਿਵੈਲਪਮੈਂਟ ਹੋ ਸਕਦੀ ਹੈ ਸਰ। ਇਸ ਚੀਜ਼ ਨੂੰ ਅਮਲੀ ਜਾਮਾ ਬਣਾਉਣ ਦੇ ਲਈ ਕੌਣ ਕੰਮ ਕਰ ਰਿਹਾ? ਨੀਤੀ ਆਯੋਗ ਸਰ। ਥਿੰਕ ਟੈਕ ਕੌਣ ਹੈ ਸਰਕਾਰ ਦਾ? ਨੀਤੀ ਆਯੋਗ ਸਰ। ਤੇ ਗੱਲ ਕਰਦੇ ਹਾਂ ਸਰ ਇਹਦੇ ਸਟਰਕਚਰ ਦੇ ਸਰ, ਢਾਂਚੇ ਦੇ ਸਰ, ਕੌਣ ਹੁੰਦੇ ਇਹਨਾਂ ਦੇ ਵਿੱਚ? ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਉਹ ਚੇਅਰਪਰਸਨ ਹੁੰਦੇ ਨੇ ਨੀਤੀ ਆਯੋਗ ਦਾ। ਭਾਰਤ ਦਾ ਪ੍ਰਧਾਨ ਮੰਤਰੀ ਨੀਤੀ ਆਯੋਗ ਦੇ ਚੇਅਰਪਰਸਨ ਹਨ ਸਰ। ਸੋ ਅਸ਼ੋਕ ਕੁਮਾਰ ਲਹਿਰੀ ਇਜ਼ ਅ ਕਰੰਟ ਵਾਈਸ ਚੇਅਰ person and holds the rank of the cabinet minister ਸਰ। ਇਹ ਤਾਂ ਆਲਰੇਡੀ ਦੱਸ ਚੁੱਕੇ ਹਾਂ ਸਰ ਮੈਂ। ਅਪਾਇੰਟ ਕੌਣ ਹੋਏ ਨੇ? ਅਸ਼ੋਕ ਕੁਮਾਰ ਲਹਿਰੀ ਸਰ। ਤੇ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਬਾਰੀ-ਬਾਰ ਕਿ ਇਹਨਾਂ ਕੋਲ ਕਿਹੜਾ ਰੈਂਕ ਹੁੰਦਾ ਹੈ? ਇਹ ਕੈਬਨਿਟ ਰੈਂਕ ਹੈ ਸਰ। ਇਹ ਕਿਹੜਾ ਰੈਂਕ ਹੈ? ਇਹ ਕੈਬਨਿਟ ਰੈਂਕ ਹੈ ਸਰ। ਫਾਈਨ। ਉਸ ਤੋਂ ਬਾਅਦ ਦ ਗਵਰਨਿੰਗ ਕਾਉਂਸਲ, ਇੱਕ ਗਵਰਨਿੰਗ ਕਾਉਂਸਲ ਹੁੰਦੀ। ਗਵਰਨਿੰਗ ਕਾਉਂਸਲ ਚ ਕੀ ਹੁੰਦੀ? ਕਿ ਚੇਅਰਪਰਸਨ ਹੋ ਗਏ, ਵਾਈਸ ਚੇਅਰਪਰਸਨ ਹੋ ਗਏ ਸਰ। ਉਸ ਤੋਂ ਬਾਅਦ ਗਵਰਨਿੰਗ ਕਾਉਂਸਲ। ਹੁਣ ਗਵਰਨਿੰਗ ਕਾਉਂਸਲ ਚ ਕੌਣ ਆਉਂਦਾ ਸਰ? ਗਵਰਨਿੰਗ ਕਾਉਂਸਲ ਦੇ ਵਿੱਚ ਆਉਂਦਾ ਸਾਰੇ ਰਾਜਾਂ ਦੇ ਅਤੇ ਯੂਟੀਜ਼ ਦੇ ਜਿਨ੍ਹਾਂ ਕੋਲ ਲੈਜਿਸਲੇਚਰ ਹੈਗੀ ਹੈ ਉਹਨਾਂ ਦੇ ਕੌਣ ਆਉਂਦੇ ਨੇ? ਮੁੱਖ ਮੰਤਰੀ। ਕੌਣ ਆਉਂਦੇ ਨੇ? ਮੁੱਖ ਮੰਤਰੀ। ਸਾਰੇ ਰਾਜ ਹੋ ਗਏ, ਪੰਜਾਬ ਹੋ ਗਿਆ, ਤਮਿਲਨਾਡੂ ਹੋ ਗਿਆ, ਤੇਲੰਗਾਨਾ ਹੋ ਗਿਆ, ਸਭ ਦੇ ਮੁੱਖ ਮੰਤਰੀ ਹੋ ਗਏ। ਇਸ ਤੋਂ ਇਲਾਵਾ ਇੱਕ ਪੁਡੂਚੇਰੀ ਹੋ ਗਿਆ ਜੋ ਯੂਟੀ ਹੈ ਸਰ, ਜਿਨ੍ਹਾਂ ਕੋਲ ਆਪਣੀ ਲੈਜਿਸਲੇਚਰ ਹੈਗੀ, ਵਿਧਾਨ ਸਭਾ ਹੈਗੀ ਹੈ ਸਰ, ਉਹਨਾਂ ਦਾ ਮੁੱਖ ਮੰਤਰੀ। ਦਿੱਲੀ ਹੋ ਗਿਆ, ਦਿੱਲੀ ਕੋਲ ਆਪਣੀ ਵਿਧਾਨ ਸਭਾ ਹੈਗੀ। 2 ਯੂਟੀਜ਼ ਨੇ, ਠੀਕ ਹੈ। ਤੀਸਰੀ ਹੋਰ ਯੂਟੀ ਕਿਹੜੀ ਹੈ? ਇੱਕ ਰਾਈਟ ਨਾਓ ਜੰਮੂ ਕਸ਼ਮੀਰ ਸਰ। ਤੀਸਰੀ ਕਿਹੜੀ ਹੋ ਗਈ? ਜੰਮੂ ਕਸ਼ਮੀਰ ਸਰ। ਫਾਈਨ। ਤਾਂ ਉਹਨਾਂ ਦੇ ਮੁੱਖ ਮੰਤਰੀ ਸਰ। ਉਸ ਤੋਂ ਬਾਅਦ ਠੀਕ ਹੈ, ਹੁਣ ਤੁਸੀਂ ਪੁੱਛ ਰਹੇ ਸੀ ਯੂਟੀਜ਼ ਬਾਰੇ, ਹਨਾ। ਬਾਕੀ ਯੂਟੀਜ਼ ਜਿਹੜੇ ਲੈਫਟੀਨੈਂਟ ਗਵਰਨਰ ਹੁੰਦੇ ਨੇ ਜਾਂ ਜਿਵੇਂ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੁੰਦਾ ਸਰ, ਜੋ ਟੌਪ ਮੋਸਟ ਪੋਜੀਸ਼ਨ ਹੈ ਸਰ, ਤਾਂ ਉਹਨਾਂ ਦੇ ਐਡਮਿਨਿਸਟ੍ਰੇਟਰ ਵੀ ਇਹਨਾਂ ਚ ਗਵਰਨਿੰਗ ਕਾਉਂਸਲ ਦਾ ਮੈਂਬਰ ਹੈਗੇ ਨੇ। ਤਾਂ ਨਾਟ ਓਨਲੀ ਸਟੇਟਸ ਦੇ ਮੁੱਖ ਮੰਤਰੀ ਦੇ ਉਹਨਾਂ ਯੂਟੀਜ਼ ਦੇ ਮੁੱਖ ਮੰਤਰੀ, ਪਰ ਯੂਟੀਜ਼ ਦੇ ਆਪਣੇ ਕੌਣ ਐਡਮਿਨਿਸਟ੍ਰੇਟਰ ਜਾਂ ਫਿਰ ਲੈਫਟੀਨੈਂਟ ਗਵਰਨਰ ਸਰ। ਉਸ ਤੋਂ ਬਾਅਦ ਸਰ ਇੱਕ ਨਾ ਫੁੱਲ ਟਾਈਮ ਮੈਂਬਰਸ ਹੁੰਦੇ ਨੇ। ਇਸ ਤੋਂ ਇਲਾਵਾ ਇੱਕ ਹੋਰ ਫੁੱਲ ਟਾਈਮ ਮੈਂਬਰਸ ਨੇ ਜਿਹੜੇ ਉੱਪਰ ਅਪਾਇੰਟ ਹੋਏ ਸੀ ਨਾ, ਗਾਬਾ ਸਾਹਿਬ ਹੋਣੀ ਅਪਾਇੰਟ ਹੋਏ ਸੀਗੇ। ਇੱਕ ਫੁੱਲ ਟਾਈਮ ਮੈਂਬਰਸ ਨੇ ਆਪਣੀ ਫੀਲਡ ਦੇ। ਕੋਈ ਐਗਰੀਕਲਚਰ ਐਕਸਪਰਟ ਹੈ, ਕੋਈ ਇਕਨੋਮਿਕ ਐਕਸਪਰਟ ਹੈ ਸਰ, ਉਹ ਕੁਝ ਫੁੱਲ ਟਾਈਮ ਮੈਂਬਰਸ ਰੱਖੇ ਜਾਂਦੇ ਨੇ ਸਰ ਤਾਂ ਕਿ बढ़िया ਪਲੈਨਿੰਗ ਕੀਤੀ ਜਾ ਸਕੇ ਸਰ। ਫਾਈਨ। ਸੋ ਪੋਲੀਟੀਕਲ ਐਂਗਲ ਤੋਂ ਵੀ ਔਰ ਐਕਸਪਰਟ ਐਂਗਲ ਤੋਂ ਵੀ ਸਰ, ਠੀਕ ਹੈ। ਸੋ ਹਰ ਕੋਈ ਆਪਣੇ ਜੋ ਵਿਸ਼ੇ ਦੇ ਐਕਸਪਰਟ ਹੋਣਗੇ ਸਰ ਉਹ ਵੀ ਅਪਾਇੰਟ ਹੁੰਦੇ ਨੇ ਸਰ। ਤਾਂ ਪੂਰਨ ਕਾਲਿਕ ਮੈਂਬਰ ਖੇਤਰੀ ਐਕਸਪਰਟ ਹੁੰਦੇ ਨੇ ਸਰ, ਠੀਕ ਹੈ ਜੀ। ਸੋ ਜੋ ਵੀ ਆਪਣੀ ਫੀਲਡ ਦੇ ਐਕਸਪਰਟ ਨੇ, ਡੋਮੇਨ ਐਕਸਪਰਟ ਨੇ, ਸਰਕਾਰ ਉਹਨਾਂ ਨੂੰ ਵੀ ਅਪਾਇੰਟ ਕਰਦੀ ਹੈ। ਇੱਕ ਨਾ ਐਕਸ ਆਫੀਸ਼ੀਓ ਮੈਂਬਰਸ ਹੁੰਦੇ ਨੇ। ਐਕਸ ਆਫੀਸ਼ੀਓ ਮੈਂਬਰਸ ਕੀ ਹੁੰਦੇ ਨੇ? ਉਹ ਬਸ ਜਿਹੜਾ ਬੰਦਾ ਮੰਤਰੀ ਹੋਊਗਾ ਆਟੋਮੈਟਿਕਲੀ ਨੀਤੀ ਆਯੋਗ ਦਾ ਮੈਂਬਰ ਹੋਊਗਾ। ਕਿਹੜੇ ਮੰਤਰੀ ਦੀ ਮੈਂ ਗੱਲ ਕਰ ਰਿਹਾ ਸਰ? ਠੀਕ ਹੈ ਜੀ, 4 ਮੰਤਰੀ ਨੇ ਸਰ। ਇੱਥੇ ਨਹੀਂ ਲਿਖਿਆ ਹੋਇਆ, ਵੈਸੇ ਮੈਂ ਦੱਸ ਦੇਣਾ। ਇੱਕ ਤੇ ਦੇ ਵਿੱਚ ਆਉਂਦਾ ਐਗਰੀਕਲਚਰ ਮਿਨਿਸਟਰ, ਫਾਈਨਾਂਸ ਮਿਨਿਸਟਰ ਆਉਂਦੇ ਨੇ, ਇੱਕ ਡਿਫੈਂਸ ਮਿਨਿਸਟਰ ਆਉਂਦੇ ਨੇ ਸਰ, 3 ਚੌਥਾ ਸ਼ਾਇਦ ਹੋਮ ਮਿਨਿਸਟਰ ਹੈ ਸਰ। ਇਹ 4 ਰੈਂਕ ਦੇ ਮੰਤਰੀ ਹੁੰਦੇ ਨੇ। ਹੋਮ ਮਿਨਿਸਟਰ को मैं फिर भी चेक कर लूंगा। 4 ਮੰਤਰੀ ਐਸੇ ਨੇ ਜੋ ਆਟੋਮੈਟਿਕਲੀ ਕੀ ਬਣ ਜਾਂਦੇ ਨੇ ਸਰ? ਇਹ ਪਾੜ ਬਣ ਜਾਂਦੇ ਨੇ ਸਰ। ਫਾਈਨ। ਉਸ ਤੋਂ ਬਾਅਦ ਇੱਕ ਸੀਈਓ ਅਪਾਇੰਟ ਹੁੰਦੇ ਨੇ, ਹਨਾ, ਆਫੀਸਰ। ਕੌਣ ਅਪਾਇੰਟ ਹੁੰਦੇ ਨੇ? ਸੀਈਓ ਸਰ, ਜੋ ਸਾਰਿਆਂ ਨੂੰ ਕੋਆਰਡੀਨੇਟ ਕਰਨਗੇ ਸਰ। ਚੀਫ ਐਗਜ਼ੀਕਟਿਵ ਆਫੀਸਰ ਸਰ, ਠੀਕ ਹੈ ਨਾ। ਸਾਰੇ ਆਫਿਸ ਨੂੰ ਮੈਨੇਜ ਕਰਨ ਦਾ ਕੰਮ ਕਿਹਨਾਂ ਕੋਲ ਹੁੰਦਾ ਹੈ? ਸੀਈਓ ਕੋਲ ਸਰ। तो चीफ एग्जीक्यूटिव ऑफिसर कौन अपॉइंट करते हैं? देश के प्रधानमंत्री अपॉइंट करते हैं फॉर द फिक्स्ड टेन्योर सर। फटाफट नाउ हु हैज बीन अपॉइंटेड एज अ न्यू वाइस चेयरपर्सन ऑफ एमसीक्यूज गल करते हैं सर। कौन रिसेंटली अपॉइंट हुए ने सर? कौन है नाम? अशोक कुमार लहरी सर। on which date was the नीति आयोग established during the through a cabinet resolution sir? कदों होए सीगे? 1 जनवरी 2015 नीति आयोग ਬਣਿਆ ਸੀਗਾ ਸਰ। ਉਸ ਤੋਂ ਬਾਅਦ which institution did the नीति आयोग replace? ਕਿਹਨੂੰ ਰਿਪਲੇਸ ਕੀਤਾ ਸੀਗਾ ਉਹਨਾਂ ਨੇ? नीति आयोग ने प्लानिंग कमीशन ਨੂੰ ਕੀਤਾ ਸੀਗਾ ਸਰ। who holds the position of the chairperson of the नीति आयोग? ਕੌਣ ਹੁੰਦਾ ਦੇਸ਼ ਦਾ ਪ੍ਰਧਾਨ ਮੰਤਰੀ ਸਰ। ਚੇਅਰਪਰਸਨ ਕੌਣ ਹੁੰਦਾ नीति आयोग? ਦੇਸ਼ ਦਾ
प्रधानमंत्री सर। नीति आयोग फॉलोड अ डायनेमिक बॉटम अप अप्रोच सर, नीचों जाती है पॉलिसी सर, ऊपर तक सर, ठीक है। उन्होंने रिप्लेस किया कुछ ओल्ड मॉडल ਨੂੰ। ओल्ड मॉडल की ਸੀਗਾ टॉप डाउन, ਜਿਹੜੀ ਉੱਪਰੋਂ ਹੇਠਾਂ ਨੂੰ ਆਉਂਦੀ ਹੈ, ਉਹ ਉਹਨਾਂ ਨੇ ਕੀ ਕਰਤਾ, ਉਹਨਾਂ ਨੇ ਉਹ रिप्लेस करता सर, ठीक है। वन साइज फिट्स ऑल सर, ठीक है, इस अप्रोच ਨੂੰ खत्म करता सर। सो विच नेशनल विजन इज प्राइमरीली सपोर्टेड बाय द एम्स ऑफ ऑब्जेक्टिव नीति आयोग सर, मेन मकसद की है विकसित भारत 2047 सर। सो ये सीगे सारे एमसीक्यू, ਤੁਹਾਨੂੰ क्लास किदां लगी सर, जरूर कमेंट करियो। थैंक यू सो मच सर।